संतां के कारज आप खलोया, संतां के कारज हर कम करावण आया राम। सज्जन मिले सज्जणा जिन सतगुर नाल प्यार, पुੱਛੋ कला तू 3 ਮੀਲ ਦੇ ਫਾਸਲੇ ਨਾਲ ਰੇਲ ਪਟੜੀ ਪਟਿਆਲੇ ਨੇੜੇ ਸਥਿਤ ਪਿੰਡ ਲਹਿਰੇ ਖਾਨੇ ਹੈ। ਉਂਝ ਤਾਂ ਨੇੜੇ ਨੇੜੇ 5 ਲਹਿਰੇ ਹਨ, ਪਰ ਲਹਿਰੇ ਖਾਨੇ ਦੇ ਮਹਾਂਪੁਰਖਾਂ ਦੇ ਇਤਿਹਾਸ ਨਾਲ ਖਾਸ ਸੰਬੰਧ ਹੈ। ਇੱਥੇ ਪੁਰਾਣਾ ਡੇਰਾ ਹੈ ਜਿੱਥੇ ਸੰਤ ਕਾਬਲ ਸਿੰਘ ਜੀ ਰਹਿੰਦੇ ਸਨ। ਨਿਰਮਲੇ ਸਾਧੂਆਂ ਦੇ ਅਸਥਾਨ ਹੋਣ ਕਰਕੇ ਸੰਤ ਵਧਾਵਾ ਸਿੰਘ ਜੀ ਵੀ ਇੱਥੇ ਬਿਰਾਜਮਾਨ ਸਨ। ਆਪ ਜੀ ਦਾ ਜਨਮ ਪਿੰਡ ਜਖੇਪਲ ਜੋ ਹਰਿਆਣਾ ਵਿੱਚ ਹੈ ਹੋਇਆ। ਆਪ ਬਚਪਨ ਵਿੱਚ ਆਪਣੀ ਭੂਆ ਜੀ ਕੋਲ ਪਿੰਡ ਲਹਿਰੇ ਖਾਨੇ ਰਹਿਣ ਲੱਗੇ। ਡੇਰੇ ਦੇ ਮਹਾਤਮਾ ਨਾਲ ਆਪ ਜੀ ਦਾ ਇਤਨਾ ਪਿਆਰ ਹੋ ਗਿਆ ਕਿ ਵਿਦਿਆ ਦੀ ਪ੍ਰਾਪਤੀ ਹੋ ਗਈ। ਵਿਦਿਆ ਪੜ੍ਹਨੀ ਅਤੇ ਲਿਖਣੀ ਆਪ ਜੀ ਦੀ ਰੂਹ ਦੀ ਖੁਰਾਕ ਬਣ ਗਈ। ਆਪ ਨੇ ਲਿਖਣ ਵਿੱਚ ਇਤਨੀ ਨਿਪੁੰਨਤਾ ਹਾਸਲ ਕਰ ਲਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਅਤੇ ਪੋਥੀਆਂ ਹੱਥ ਨਾਲ ਲਿਖਦੇ ਸਨ। ਲਹਿਰੇ ਖਾਨੇ ਇਹਨਾਂ ਦੇ ਹੱਥ ਲਿਖਤ ਸਰੂਪ ਹੁਣ ਵੀ ਮੌਜੂਦ ਹਨ। ਸਰਦਾਰ ਗੁਰਦਿੱਤ ਸਿੰਘ ਸੇਮੇ ਵਾਲਾ ਬਾਬਾ ਜੀ ਦੇ ਦਰਸ਼ਨਾਂ ਲਈ ਆਇਆ। ਮਿਜਾਜ ਪੁੱਛਣ ਉਪਰੰਤ ਬਾਬਾ ਜੀ ਨੇ ਹੁਕਮ ਕੀਤਾ, ਗੁਰਦਿੱਤ ਸਿੰਘ, ਸਾਡਾ ਗੁਟਕਾ ਸਾਹਿਬ ਬਿਰਧ ਹੋ ਗਿਆ ਹੈ, ਇਸ ਲਈ 5 ਗ੍ਰੰਥੀ ਪੋਥੀ ਸਾਹਿਬ ਲਿਆ ਕੇ ਦੇਵੀਂ। ਗੁਰਦਿੱਤ ਸਿੰਘ ਨੇ ਬੇਨਤੀ ਕੀਤੀ, ਹਜ਼ੂਰ, ਗੁਟਕਾ ਸਾਹਿਬ ਕਿੱਥੋਂ ਲੈ ਕੇ ਆਉਣਾ ਹੈ? ਹੁਕਮ ਹੋਇਆ। ਲਹਿਰੇ ਖਾਨੇ ਸੰਤ ਵਧਾਵਾ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹੱਥ ਨਾਲ ਲਿਖਦੇ ਹਨ। ਉਹਨਾਂ ਨੇ ਇੱਕ ਗੁਟਕਾ ਸਾਹਿਬ ਲਿਖਿਆ ਹੈ ਅਤੇ ਪ੍ਰਣ ਕੀਤਾ ਹੈ ਕਿ ਜੋ ਇਸ ਨੂੰ ਮੰਗ ਕੇ ਲਵੇਗਾ ਇਹ ਪੋਥੀ ਸਾਹਿਬ ਦੇਵਾਂਗਾ। ਗੁਰਦਿੱਤ ਸਿੰਘ ਨੇ ਲਹਿਰੇ ਖਾਨੇ ਜਾਣ ਲਈ ਆਗਿਆ ਲਈ ਤਾਂ ਹਜ਼ੂਰ ਨੇ 5 ਰੁਪਏ ਵੀ ਦੇ ਦਿੱਤੇ ਤੇ ਵਚਨ ਕੀਤਾ ਉਹਨਾਂ ਨੂੰ ਦੇ ਆਵੀਂ। ਗੁਰਦਿੱਤ ਸਿੰਘ ਲਹਿਰੇ ਖਾਨੇ ਪਹੁੰਚ ਗਿਆ। ਡੇਰੇ ਦੀ ਪੁੱਛ ਪੜਤਾਲ ਕਰਕੇ ਸੰਤ ਵਧਾਵਾ ਸਿੰਘ ਜੀ ਨੂੰ ਜਾ ਨਮਸਕਾਰ ਕੀਤੀ। ਨਿਮਰਤਾ ਨਾਲ 5 ਗ੍ਰੰਥੀ ਪੋਥੀ ਸਾਹਿਬ ਦੀ ਮੰਗ ਕਰ ਦਿੱਤੀ। ਸੰਤ ਵਧਾਵਾ ਸਿੰਘ ਜੀ ਨੇ ਦੌਲਤਖਾਨਾ ਅਤੇ ਗੁਟਕਾ ਸਾਹਿਬ ਮੰਗਣ ਦਾ ਵੇਰਵਾ ਪੁੱਛਿਆ। ਗੁਰਦਿੱਤ ਸਿੰਘ ਨੇ ਸਾਰੀ ਵਿਥਿਆ ਸੁਣਾ ਦਿੱਤੀ ਅਤੇ 5 ਰੁਪਏ ਵੀ ਅੱਗੇ ਰੱਖ ਦਿੱਤੇ। ਸੰਤਾਂ ਨੂੰ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਆ ਗਈ ਸੀ। ਜ਼ਿੰਦਗੀ ਕੀ ਰੇਲ में हर कोई सवार है, सबको अपनी अपनी मंजिल का इंतज़ार है। ਅੱਜ ਉਹ ਮੰਜ਼ਿਲ ਪਾ ਲਈ ਸੀ। ਹਰ ਇਨਸਾਨ ਆਪਣੀ ਕੀਤੀ ਹੋਈ ਮਿਹਨਤ ਦਾ ਫਲ ਪਾ ਕੇ ਪ੍ਰਸੰਨ ਹੁੰਦਾ ਹੈ। ਖੁਸ਼ੀ ਵਿੱਚ ਮਨ ਝੂਮਦਾ ਹੈ। ਰੋਮ ਰੋਮ ਵਿੱਚ ਖੂਨ ਦੇ ਕਤਰੇ ਕਤਰੇ ਵਿੱਚ ਪ੍ਰਸੰਨਤਾ ਦੇ ਚਿੰਨ੍ਹ ਦਿਖਾਈ ਦਿੰਦੇ ਹਨ। ਇਹੀ ਅਵਸਥਾ ਸੰਤ ਵਧਾਵਾ ਸਿੰਘ ਜੀ ਦੀ ਹੋ ਗਈ। ਇੰਤਜ਼ਾਰ ਅੱਜ ਹਕੀਕਤ ਵਿੱਚ ਬਦਲ ਗਿਆ। ਮਨ ਦੀ ਇੱਛਾ ਪੂਰੀ ਹੋ ਗਈ ਕਿਉਂਕਿ ਗੁਟਕਾ ਸਾਹਿਬ ਮਹਾਂਪੁਰਖਾਂ ਨੇ ਆਪ ਮੰਗਿਆ ਸੀ। ਛੇਤੀ ਨਾਲ ਗੁਟਕਾ ਸਾਹਿਬ ਲਿਆ ਕੇ ਆਦਰ ਸਹਿਤ ਗੁਰਦਿੱਤ ਸਿੰਘ ਨੂੰ ਦੇ ਦਿੱਤਾ ਅਤੇ 5 ਰੁਪਏ ਵੀ ਵਾਪਸ ਲੈ ਜਾਣ ਲਈ ਕਹਿ ਦਿੱਤਾ। ਗੁਰਦਿੱਤ ਸਿੰਘ ਨੇ ਪੋਥੀ ਸਾਹਿਬ ਅਤੇ 5 ਰੁਪਏ ਲਿਆ ਕੇ ਬਾਬਾ ਜੀ ਅੱਗੇ ਰੱਖ ਦਿੱਤੇ। ਹਜ਼ੂਰ ਨੇ ਪੈਸੇ ਦੇ ਕੇ ਹੁਕਮ ਕੀਤਾ ਕਿ ਪੈਸੇ ਹੁਣੇ ਹੀ ਦੇ ਕੇ ਆ। ਜੇ ਪੈਸੇ ਲੈਣ ਤੋਂ ਇਨਕਾਰ ਕਰਨ ਤਾਂ ਰੱਖ ਕੇ ਵਾਪਸ ਆ ਜਾਵੀਂ ਅਤੇ ਕਹਿਣਾ ਕਿ ਜੇ ਮੋੜਨੇ ਹਨ ਤਾਂ ਆਪ ਆ ਕੇ ਮੋੜ ਦੇਣ। ਗੁਰਦਿੱਤ ਸਿੰਘ ਫਿਰ ਪੈਸੇ ਲੈ ਕੇ ਗਿਆ ਅਤੇ ਜਾ ਵਿਥਿਆ ਸੁਣਾਈ। ਕੁਝ ਦੇਰ ਬਾਅਦ ਗੁਰਦਿੱਤ ਸਿੰਘ ਬਾਬਾ ਜੀ ਕੋਲ ਵਾਪਸ ਪਹੁੰਚ ਗਿਆ। ਪਿੰਡ ਸੇਮੇ ਜਾਣ ਦੀ ਆਗਿਆ ਮਿਲਣ 'ਤੇ ਗੁਰਦਿੱਤ ਸਿੰਘ ਸੇਮੇ ਚਲਾ ਗਿਆ। ਸੰਤ ਵਧਾਵਾ ਸਿੰਘ ਜੀ ਕੁਝ ਸਮੇਂ ਬਾਅਦ ਹੀ ਆ ਪਹੁੰਚੇ। ਬਾਬਾ ਜੀ ਨੂੰ ਨਮਸਕਾਰ ਕਰਕੇ ਅੱਗੇ ਵਧੇ ਤਾਂ ਬਾਬਾ ਜੀ ਇਉਂ ਮਿਲੇ ਜਿਵੇਂ ਮੁੱਦਤਾਂ ਦੇ ਵਿਛੜੇ ਮਿਲਦੇ ਹਨ। ਫਰਮਾਨ ਹੈ, ਤੂੰ ਚੋ ਸੱਜਣ ਮੈਂਡਿਆ ਡੇਈ ਸੀਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪਸੀ ਦੀਦਾਰ। ਗ੍ਰਸਤੀ ਪੁਰਸ਼ ਮਿਲ ਕੇ ਕਬੀਲਦਾਰੀ ਦੇ ਸਮੁੰਦਰ ਵਿੱਚ ਗੋਤੇ ਖਾਂਦਾ ਹੈ, ਪਰ ਸੰਤ ਜਨ ਮਿਲਦੇ ਹਨ ਤਾਂ ਪਿਆਰੇ ਪ੍ਰਭੂ ਦੀ ਉਸਤਤ ਵਿਵਰਨ ਇੱਕ ਦੂਜੇ ਪ੍ਰਤੀ ਪੇਸ਼ ਕਰਦੇ ਹਨ।
ਕੁਝ ਬਚਨ ਸੁਣਨ ਤੋਂ ਬਾਅਦ ਸੰਤ ਵਧਾਵਾ ਸਿੰਘ ਜੀ ਨੇ 5 ਰੁਪਏ ਬਾਬਾ ਜੀ ਅੱਗੇ ਰੱਖ ਕੇ ਬੇਨਤੀ ਕੀਤੀ, ਹਜ਼ੂਰ ਮੈਂ ਇਹ ਪੈਸੇ ਨਹੀਂ ਲੈਣੇ, ਮੇਰੀ ਦਿਲੀ ਖਾਹਿਸ਼ ਪੂਰੀ ਹੋ ਗਈ ਹੈ। ਇਸ ਪੋਥੀ ਸਾਹਿਬ ਸਦਕਾ ਹੀ ਆਪ ਜੀ ਦੇ ਦਰਸ਼ਨ ਹੋਏ ਹਨ। ਇਹੀ ਮੇਰੀ ਪ੍ਰਤੀਬਿੰਬ ਸੀ। ਰਹਿਮਤ ਦੇ ਘਰ ਆ ਕੇ ਦਾਸ ਲਈ ਸੇਵਾ ਬਖਸ਼ੋ। ਬਾਬਾ ਜੀ ਬੇਨਤੀ ਸੁਣਨ ਪਛਾਤ ਬਚਨ ਕੀਤਾ, ਸੇਵਾ ਬਹੁਤ ਲੈਣੀ ਹੈ। ਇਹ 5 ਰੁਪਏ ਵੀ ਲੈ ਜਾਓ ਅਤੇ ਸਾਡੀ ਮਾਤਾ ਨਿਮਿਤ ਸਧਾਰਨ ਪਾਠ ਕਰ ਦਿਆ ਕਰੋ। ਬਾਕੀ ਜੋ ਅਸੀਂ ਦੇਵਾਂਗੇ ਉਹ ਮੋੜਨਾ ਨਹੀਂ। ਇਹ ਬਚਨ ਸੁਣ ਕੇ ਸੰਤ ਵਧਾਵਾ ਸਿੰਘ ਜੀ ਨੇ ਹੱਥ ਜੋੜ ਕੇ ਸਤ ਬਚਨ ਜੀ ਕਿਹਾ। ਜਾਓ, ਸੁੱਧ ਹੈ। ਬਾਬਾ ਜੀ ਪ੍ਰਸੰਨਤਾ ਦੇ ਘਰ ਆਏ। ਸੰਤ ਵਧਾਵਾ ਸਿੰਘ ਜੀ ਲਹਿਰੇ ਖਾਨੇ ਚਲੇ ਗਏ। ਸਧਾਰਨ ਪਾਠ ਸ਼ੁਰੂ ਕਰ ਦਿੱਤਾ। ਭੋਗ ਦਾ ਸਮਾਂ ਬਾਬਾ ਜੀ ਪਾਸ ਭੇਜ ਦਿੱਤਾ। ਬਾਬਾ ਜੀ ਨੇ 11 ਰੁਪਏ, 1 ਸੇਰ ਖੰਡ, ਸੇਰ ਘਿਓ ਅਤੇ 1 ਸੇਰ ਆਟਾ ਭੇਜ ਦਿੱਤਾ। ਇਸ ਤਰ੍ਹਾਂ ਪਾਠਾਂ ਦੀ ਮਰਿਆਦਾ ਚੱਲਦੀ ਰਹੀ। ਬਾਬਾ ਜੀ ਭੋਗ ਦੇ ਸਮੇਂ ਇਹ ਸਮੱਗਰੀ ਭੇਜਦੇ ਰਹੇ। ਪਹਿਲਾਂ ਇਹ ਸੇਵਾ ਭਾਈ ਗੁਰਦਿੱਤ ਸਿੰਘ ਜੀ ਸੇਮਾ ਪਿੰਡ ਵਾਲੇ, ਫਿਰ ਭਾਗੀ ਬਾਂਦਰ ਵਾਲੇ ਸਰਵਣ ਸਿੰਘ ਨਿਭਾਉਂਦੇ ਰਹੇ। ਕਦੇ ਕਦੇ ਭਾਈ ਰਤਨ ਸਿੰਘ ਜੀ ਟਰੋਲੀ ਭਾਈ ਵਾਲੇ ਵੀ ਇਹ ਸੇਵਾ ਕਰਦੇ ਸਨ। ਇਸ ਜੁਗਤੀ ਨਾਲ ਬਾਬਾ ਜੀ ਸੰਤ ਵਧਾਵਾ ਸਿੰਘ ਜੀ ਦੀ ਮਨ ਭਾਵਨਾ ਪੂਰੀ ਕਰਦੇ ਰਹੇ। ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਤੇ ਬਖਸ਼ਿਸ਼ ਕਰਨੀ ਤਾਂ ਮਰਦਾਨੇ ਨੂੰ ਹੀ ਅੱਗੇ ਕਰਦੇ ਸਨ। ਸੁਮਤ ਹੇਤ ਕਾਰਨ ਕਰਨ ਹਿਤ ਉਹ ਭੂਖ ਲਗਾਈ। ਮਰਦਾਨੇ ਨੂੰ ਭੁੱਖ ਲੱਗੀ। ਕੋਡੇ ਰਾਖਸ਼ ਦਾ ਉਧਾਰ ਹੋਇਆ। ਝੰਡੇ ਬਾਡੀ ਅਤੇ ਰਾਜਾ ਸੁਦਰਸੈਨ ਤੇ ਬਖਸ਼ਿਸ਼ ਹੋਈ। ਸਤਿਗੁਰ ਤੁਰੇ ਜਾ ਰਹੇ ਸਨ। ਪਿੱਛੇ ਵੱਲ ਝਾਤ ਪਾਈ ਤਾਂ ਮਰਦਾਨਾ ਉਦਾਸੀ ਦੀ ਗਹਿਰੀ ਸੋਚ ਵਿੱਚ ਡੁੱਬਿਆ ਆ ਰਿਹਾ ਸੀ। ਮਰਦਾਨਿਆਂ, ਚਿਹਰੇ ਤੇ ਉਦਾਸੀ ਦੀ ਕਿਰਨ ਦਿਖਾਈ ਦੇ ਰਹੀ ਹੈ। ਹਜ਼ੂਰ ਨੇ ਬਚਨ ਕੀਤਾ, ਪਾਤਸ਼ਾਹ, ਤੀਸਰਾ ਦਿਨ ਵੀ ਲੰਘ ਰਿਹਾ ਹੈ। ਭੋਜਨ ਤੋਂ ਬਿਨਾਂ ਸਰੀਰ ਨਿਢਾਲ ਹੋ ਰਿਹਾ ਹੈ। ਮਰਦਾਨੇ ਦਾ ਤਰਲਾ ਸੀ। ਸਾਹਮਣੇ ਵਾਲੇ ਪਾਸੇ ਤੱਕ ਨਗਰ ਆ ਰਿਹਾ ਹੈ। ਇਸ ਨਗਰ ਵਿੱਚ ਤੈਨੂੰ ਅਨੇਕਾਂ ਤਰ੍ਹਾਂ ਦੇ ਭੋਜਨ ਮਿਲ ਜਾਣਗੇ। ਸਤਿਗੁਰ, ਆਪਣੇ ਕੋਲ ਪੈਸਾ ਕੋਈ ਨਹੀਂ, ਨਗਰ ਵਿੱਚ ਜਾਣ ਪਛਾਣ ਨਹੀਂ, ਪਦਾਰਥ ਕਿਸ ਤਰ੍ਹਾਂ ਮਿਲਣਗੇ? ਮਰਦਾਨੇ ਪੁੱਛ ਹੀ ਲਿਆ। ਹਜ਼ੂਰ ਨੇ ਆਪਣੇ ਚਰਨਾਂ ਨਾਲ ਮਿੱਟੀ ਪਾਸੇ ਕੀਤੀ ਤਾਂ ਹੇਠਾਂ ਇੱਕ ਲਾਲ ਮਿਲਿਆ, ਜਿਸ ਦੀ ਅਨੋਖੀ ਚਮਕ ਸੀ। ਮਰਦਾਨਿਆਂ, ਇਸ ਨੂੰ ਚੁੱਕ ਲੈ। ਬਚਨ ਹੋਇਆ। ਮਰਦਾਨੇ ਨੇ ਚੁੱਕ ਕੇ ਪੱਲੇ ਨਾਲ ਬੰਨ੍ਹ ਲਿਆ। ਨਗਰ ਦੇ ਨੇੜੇ ਪਹੁੰਚ ਕੇ ਬਾਹਰ ਆਸਣ ਲਾ ਲਿਆ। ਮਰਦਾਨਿਆਂ, ਇਹ ਲਾਲ ਨੂੰ ਵੇਚ ਕੇ ਰਾਸ਼ਨ ਲੈ ਆਉਣਾ। ਸਾਹਿਬ ਨੇ ਬਚਨ ਕੀਤਾ। ਮਰਦਾਨਾ ਨਗਰ ਦਾ ਚੱਕਰ ਲਾ ਕੇ ਛੇਤੀ ਹੀ ਪਰਤ ਆਇਆ। ਸਤਿਗੁਰ ਨੇ ਪੁੱਛਿਆ, ਛੇਤੀ ਮੁੜ ਆਇਆ ਹੈ? ਪਾਤਸ਼ਾਹ, ਪਹਿਲੇ ਦੁਕਾਨਦਾਰ ਕੋਲ ਗਿਆ। ਉਸਨੇ ਕਿਹਾ ਕਿ ਮੂਲੀ ਲੈ ਜਾ। ਇਹ ਮੇਰੇ ਕੰਮ ਦੀ ਚੀਜ਼ ਨਹੀਂ। ਮੈਂ ਇਸ ਕਰਕੇ ਲੈ ਰਿਹਾ ਹਾਂ ਕਿ ਬੱਚੇ ਖੇਡ ਕੇ ਮਨ ਪਰਚਾਵਾ ਕਰ ਲਿਆ ਕਰਨਗੇ। ਤੇ ਦੂਸਰੇ ਕੋਲ ਗਿਆ। ਉਸਨੇ ਥੋੜ੍ਹੀ ਮਠਿਆਈ ਲੈ ਜਾਣ ਲਈ ਕਿਹਾ। ਗਰੀਬ ਨਵਾਜ਼, ਮੈਂ ਇਸ ਨੂੰ ਕਿਸ ਦੇ ਕੋਲ ਵੇਚਣ ਲਈ ਜਾਵਾਂ? ਮੈਨੂੰ ਸਮੱਤ ਬਖਸ਼ੋ। ਲਾਲ ਦੀ ਕੀਮਤ ਜੋਹਰੀ ਹੀ ਪਾ ਸਕਦੇ ਹਨ। ਹੋਰ ਦੁਕਾਨਦਾਰ ਨੂੰ ਕੀ ਪਤਾ ਹੈ ਇਸ ਦੀ ਕਦਰ ਕੀਮਤ ਦਾ? ਇਸ ਨੂੰ ਸਾਲਸ ਰਾਏ ਜੋਹਰੀ, ਜੋ ਇਸ ਨਗਰ ਦਾ ਵਾਸੀ ਹੈ, ਕੋਲ ਲੈ ਕੇ ਜਾਵੀਂ। ਸਤਿਗੁਰਾਂ ਨੇ ਬਚਨ ਕੀਤਾ। ਘਰ ਦੀ ਪੁੱਛ-ਗਿੱਛ ਕਰਕੇ ਮੁਕਤਸਰਾਏ ਦੀ ਰਿਹਾਇਸ਼ 'ਤੇ ਪਹੁੰਚ ਗਿਆ। ਲਾਲ ਸਾਲਸਰਾਏ ਅੱਗੇ ਵਿਕਰੀ ਲਈ ਰੱਖ ਦਿੱਤਾ। ਜੌਹਰੀ ਨੇ ਨੀਝ ਲਾ ਕੇ ਤੱਕਿਆ ਤੇ ਨੌਕਰ ਤੋਂ ਘਰ ਅੰਦਰੋਂ 100 ਰੁਪਏ ਮੰਗਵਾਏ। 100 ਰੁਪਏ ਮਰਦਾਨੇ ਦੇ ਹੱਥ ਰੱਖ ਦਿੱਤੇ। ਮਰਦਾਨਾ ਬਹੁਤ ਖੁਸ਼ ਹੋਇਆ ਕਿ ਇਸ ਨਾਲ ਕਈ ਦਿਨ ਦਾ ਰਾਸ਼ਨ ਆ ਜਾਵੇਗਾ। ਜੌਹਰੀ ਨੇ ਲਾਲ ਵੀ ਮੋੜ ਦਿੱਤਾ ਅਤੇ ਕਿਹਾ ਕਿ ਮੈਂ ਇਹੋ ਜਿਹੇ ਲਾਲ ਦੇ ਦਰਸ਼ਨ ਆਪਣੀ ਹੁਣ ਤੱਕ ਦੀ ਆਯੂ ਵਿੱਚ ਨਹੀਂ ਕੀਤੇ। ਇਸ ਉੱਪਰ ਲਿਖਿਆ ਹੈ ਕਿ ਜੋ ਵੀ ਇਸ 'ਤੇ ਦਰਸ਼ਨ ਕਰੇ ਉਹ ਇਸ ਦੀ 100 ਰੁਪਏ ਦਰਸ਼ਨੀ ਭੇਟਾ ਦੇਵੇ। ਇਸ ਲਈ ਮੈਂ ਇਹ 100 ਰੁਪਏ ਦਰਸ਼ਨੀ ਭੇਟਾ ਤੇ ਲਾਲ ਵੀ ਮੋੜ ਰਿਹਾ ਹਾਂ। ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਇਸ ਦੀ ਕੀਮਤ ਦੱਸ ਦਿਓ।
ਮਰਦਾਨੇ ਕਿਹਾ ਕਿ ਮੈਂ ਤਾਂ ਵੇਚਣ ਦਾ ਅਧਿਕਾਰ ਨਹੀਂ ਰੱਖਦਾ, ਇਸ ਦੇ ਮਾਲਕ ਨਗਰ ਤੋਂ ਬਾਹਰ ਬੈਠੇ ਹਨ। ਮਰਦਾਨਾ ਲਾਲ ਅਤੇ 100 ਰੁਪਏ ਲੈ ਕੇ ਸਤਿਗੁਰਾਂ ਪਾਸ ਪਹੁੰਚ ਗਿਆ। ਸਤਿਗੁਰਾਂ ਅੱਗੇ ਦੋਨੋਂ ਰੱਖ ਕੇ ਕਹਿਣ ਲੱਗਾ, ਤੁਹਾਡੀ ਲੀਲਾ ਵਿਲੱਖਣ ਹੀ ਹੈ, ਅਸੀਂ ਇਸ ਦੀ ਪਰਖ ਨਹੀਂ ਕਰ ਸਕਦੇ। ਕੋਈ ਇਸ ਦਾ ਮੁੱਲ ਮੂਲੀ ਪਾਉਂਦਾ ਹੈ, ਕੋਈ ਦਰਸ਼ਨ ਭੇਟਾ ਹੀ 100 ਰੁਪਏ ਦੇ ਕੇ ਇਸ ਨੂੰ ਵਡਮੁੱਲਾ ਆਖਦਾ ਹੈ। ਜਿਵੇਂ ਜੌਹਰੀ ਨੇ ਇਸ ਦੀ ਪਰਖ ਕੀਤੀ ਹੈ, ਮੂਲੀ ਵਾਲਾ ਕੀ ਜਾਣੇ ਇਸ ਦੀ ਸਾਰ ਨੂੰ। ਇਸੇ ਤਰ੍ਹਾਂ ਜਿਸ ਨੇ ਪਰਮੇਸ਼ਰ ਨਾਲ ਪ੍ਰੇਮ ਪੀਂਘਾਂ ਪਾਈਆਂ ਹਨ, ਉਹੀ ਇਸ ਦੇ ਹੁਲਾਰੇ ਦੀ ਕੀਮਤ ਜਾਣ ਸਕਦਾ ਹੈ। ਕੁਰਾਈਆ ਕਦੇ ਰਸਤੇ ਦੀ ਭਾਲ ਨਹੀਂ ਕਰ ਸਕਦਾ ਅਤੇ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ। ਪਿਛਲੇ ਦਿਨ ਹੀ ਇਹ ਸ਼ਬਦ ਪੜ੍ਹਿਆ ਸੀ, ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ। ਸਤਿਗੁਰਾਂ ਨੇ ਬਚਨ ਸੁਣਾਇਆ, ਇਹ ਉਹੀ ਲਾਲ ਹੈ। ਮਰਦਾਨੇ ਨੇ ਕਿਹਾ, ਜੇ ਚਾਹੁੰਦੇ ਹੋ ਤਾਂ ਵੇਚ ਦਿੰਦੇ ਹਾਂ। ਸਤਿਗੁਰਾਂ ਨੇ ਕਿਹਾ, ਇਹ ਨਹੀਂ ਵੇਚਣਾ। ਮਰਦਾਨਾ ਸਤਿਗੁਰਾਂ ਦਾ ਬਚਨ ਸੁਣ ਕੇ ਰੁਪਏ ਮੋੜਨ ਲਈ ਸਾਲਸਰਾਏ ਦੇ ਘਰ ਪਹੁੰਚ ਗਿਆ। ਜੌਹਰੀ ਜੀ, ਅਸੀਂ ਇਹ ਲਾਲ ਨਹੀਂ ਵੇਚਣਾ, ਇਹ ਦਰਸ਼ਨ ਭੇਟਾ ਵੀ ਵਾਪਸ ਲੈ ਲਵੋ। ਸਾਲਸਰਾਏ ਦੇ ਨਾ ਕਰਨ ਦੇ ਬਾਵਜੂਦ ਵੀ ਮਰਦਾਨਾ ਰੁਪਏ ਰੱਖ ਕੇ ਸਤਿਗੁਰਾਂ ਪਾਸ ਪਹੁੰਚ ਗਿਆ। ਸਾਲਸਰਾਏ ਦੇ ਮਨ ਵਿੱਚ ਫੁਰਨਾ ਬਣਿਆ, ਇਹੋ ਜਿਹੇ ਲਾਲਾਂ ਦੇ ਮਾਲਕ ਦੇ ਦਰਸ਼ਨ ਕੀਤੇ ਜਾਣ। ਸ਼ਾਮ ਦਾ ਸਮਾਂ ਸੀ। ਜੌਹਰੀ ਨੇ ਪ੍ਰਸ਼ਾਦ ਤਿਆਰ ਕਰਵਾਇਆ। ਨੌਕਰ ਨਾਲ ਲੈ ਕੇ ਪ੍ਰਸ਼ਾਦ ਪਰੋਸ ਕੇ ਨਗਰ ਤੋਂ ਬਾਹਰ ਸਤਿਗੁਰਾਂ ਦੀ ਤਲਾਸ਼ ਵਿੱਚ ਆ ਗਿਆ। ਆਸਣ ਉੱਤੇ ਨਜ਼ਰ ਪੈਣ 'ਤੇ ਕੋਲ ਆ ਪਹੁੰਚਿਆ। ਨਮਸਕਾਰ ਕੀਤੀ। ਸਤਿਗੁਰਾਂ ਦੇ ਬਚਨ ਸੁਣੇ। ਮਨ ਨੂੰ ਸ਼ਾਂਤੀ ਮਹਿਸੂਸ ਹੋਈ। ਫਰਮਾਨ ਹੈ, ਦਰਸ਼ਨ ਭੇਖਤ ਮੈਂ ਜੀਓ, ਸੁਣ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰ ਥਿਓ। ਸਾਲਸਰਾਏ ਅਤੇ ਅਧਰਕਾ ਉਸ ਦਾ ਨੌਕਰ ਦੋਨੋਂ ਹੀ ਪਰਮ ਪਦਵੀ ਨੂੰ ਪ੍ਰਾਪਤ ਹੋਏ। ਸਾਲਸਰਾਏ ਨੂੰ ਸਤਿਗੁਰਾਂ ਨੇ ਮੰਜੀ ਬਖਸ਼ੀ। ਜੌਹਰੀ ਨੂੰ ਹੁਕਮ ਹੋਇਆ, ਆਪਣੇ ਨੌਕਰ ਨੂੰ ਮੱਥਾ ਟੇਕ। ਉਸ ਨੇ ਤੁਰੰਤ ਚਰਨਾਂ 'ਤੇ ਸਿਰ ਰੱਖ ਦਿੱਤਾ। ਦਾਸਨ ਦਾਸ ਦਾਸ ਹੋਏ ਰਹੀਏ, ਜੋ ਜਨ ਰਾਮ ਭਗਤ ਨਿਜ ਭਈਏ। ਸਤਿਗੁਰ ਨੇ ਆਪਣੇ ਤਨ ਦਾ ਕੱਪੜਾ ਸਾਲਸਰਾਏ ਦੇ ਸਿਰ 'ਤੇ ਬੰਨ੍ਹ ਦਿੱਤਾ। ਭਾਈ ਸੰਤੋਖ ਸਿੰਘ ਜੀ ਨਾਨਕ ਪ੍ਰਕਾਸ਼ ਵਿੱਚ ਲਿਖਦੇ ਹਨ, ਸਾਲਸ ਬਾਂਧਿਓ ਸੀਸ ਪਰ, ਤੀਗਰ ਖੁੱਲੇ ਕਪਾਟ, ਗਿਆਨਾਨੰਦ ਪੂਰਨ ਭਿਓ, ਠਟਿਓ ਔਰ ਹੀ ਠਾਟ। ਭਾਰ ਨਿਹਾਲ ਤਤਕਾਲ ਸ੍ਰੀ ਗੁਰੂ ਨਾਨਕ ਮਾਇਆ ਤੇ, ਉਮਰਾਇਓ ਪ੍ਰੇਮ ਵਿਸਾਲ ਉਸਤਤ, ਉਚਰਤ ਸ਼ਬਦ ਕਰ। ਇਹ ਬਚਨ ਭਾਈ ਰਤਨ ਸਿੰਘ ਡਰੋਲੀ ਭਾਈ ਤੋਂ ਮਿਲਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।